सत श्री अकाल, नमस्कार, आदाब। मैं हाँ बलबीर जंडू ते तुहाडा सब दा सज्जन मीडिया चैनल उत्ते स्वागत है। उत्तर प्रदेश दे विच जिहड़ा समाजवादी पार्टी दे दफ्तर दे बाहर लखनऊ दे विच एक पोस्टर लगा है, उस तो बड़ी चर्चा जिहड़ी है जोर फड़ रही है कि 2024 च की होण जा रिहा। पर उस तो पहलां ये पोस्टर लगन तो ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਹਨਾਂ ਨੇ ਮੁਲਾਇਮ ਸਿੰਘ ਯਾਦਵ ਨਾਲ ਵੀ ਮੁਲਾਕਾਤ ਕੀਤੀ, ਅਖਿਲੇਸ਼ ਯਾਦਵ ਨਾਲ ਵੀ ਮੁਲਾਕਾਤ ਕੀਤੀ ਤੇ ਬਾਕੀ ਵੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਗਏ। ਪਰ ਜਿਹੜਾ ਪੋਸਟਰ ਯੂਪੀ 'ਚ ਲੱਗਾ ਉਹ ਉਹਨਾਂ ਦੇ ਇੱਕ ਆਗੂ ਜਿਹੜੇ ਆਈਪੀ ਸਿੰਘ ਹੈ ਉਹਨਾਂ ਨੇ ਉਹ ਬਣਾਇਆ, ਉਹ ਤਿਆਰ ਕੀਤਾ ਤੇ ਉਹਦੇ ਵਿੱਚ ਇਹ ਲਿਖਿਆ ਗਿਆ ਯੂਪੀ ਪਲੱਸ ਬਿਹਾਰ ਤੇ ਅੱਗੇ ਉਹਨਾਂ ਨੇ ਲਿਖਿਆ ਹੈਗਾ ਕਿ ਗਈ ਮੋਦੀ ਸਰਕਾਰ। ਇਹ ਉਹਨਾਂ ਨੇ ਉੱਥੇ ਪੋਸਟਰ ਔਰ ਇਸ ਦੀ ਬੜੀ ਚਰਚਾ ਹੋ ਰਹੀ ਹੈ ਕੱਲ ਦੀ ਜਦੋਂ ਤੋਂ ਲੱਗਾ ਹੈਗਾ। ਤਾਂ ਇਸ ਸਥਿਤੀ ਦੇ ਵਿੱਚ ਜੋ ਕੁਝ ਨਵਾਂ ਵਿਰੋਧੀ ਧਿਰਾਂ ਦੇ ਵਿੱਚ ਵਾਪਰ ਰਿਹਾ ਉਹਦੇ ਵਿੱਚ ਇਸ ਗੱਲ ਦੀ ਵੀ ਚਰਚਾ ਆ ਰਹੀ ਹੈ ਪੋਸਟਰ ਲੱਗਣ ਤੋਂ ਬਾਅਦ ਜਿਹੜੀ ਕਿ ਹੋ ਸਕਦਾ ਹੈ ਕਿ ਨਿਤੀਸ਼ ਕੁਮਾਰ ਜਿਹੜੇ ਆ ਉਹ ਲੋਕ ਸਭਾ ਦੀ ਚੋਣ ਬਿਹਾਰ ਤੋਂ ਵੀ ਲੜਨ ਤੇ ਉੱਤਰ ਪ੍ਰਦੇਸ਼ ਤੋਂ ਵੀ ਲੜਨ। ਤੇ ਉੱਤਰ ਪ੍ਰਦੇਸ਼ ਜਿਸ ਹਲਕੇ ਦਾ ਨਾਂ ਲਿਆ ਜਾ ਰਿਹਾ ਜਾਂ ਚਰਚਾ ਹੋ ਰਹੀ ਹੈ, ਇਹ ਗੱਲ ਤਾਂ ਜੇ ਚਰਚਾ ਵਿੱਚ ਹੀ ਇਹਦੇ ਕੋਈ ਕਿਸੇ ਨੇ ਪੁਸ਼ਟੀ ਤਾਂ ਨਹੀਂ ਕੀਤੀ, ਪਰ ਇਹ ਜ਼ਰੂਰ ਹੈ ਕਿ ਉਹ ਜਿਹੜਾ ਹਲਕਾ ਹੈ ਉਸ ਦੇ ਵਿੱਚ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ 3 ਵਾਰ ਲੜੇ, ਉਹਨਾਂ ਦੀ ਭੈਣ ਵਿਜੇ ਲక్ష్ਮੀ ਉਹ ਉੱਥੋਂ ਚੋਣ ਲੜੀ। ਉਹ ਹੈ ਫੂਲਪੁਰ, ਜਿਹੜਾ ਯੂਪੀ ਦੇ ਇਲਾਹਾਬਾਦ ਇਹ ਹਲਕੇ 'ਚ ਪੈਂਦਾ। ਉਹ ਫੂਲਪੁਰ ਜਿਹੜਾ ਲੋਕ ਸਭਾ ਹਲਕਾ ਹੈ ਉੱਥੋਂ ਚੋਣ ਲੜਨ ਦੀ ਜਿਹੜੀ ਹੈ ਉਹਨਾਂ ਦੀ ਚਰਚਾ ਹੋ ਰਹੀ ਹੈ। ਇਹ ਜਿਹੜੀ ਸਾਰੀ ਸਥਿਤੀ ਨਵੀਂ ਬਣ ਰਹੀ ਹੈ ਇਹਦੇ ਵਿੱਚ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਜਿਸ ਤਰ੍ਹਾਂ ਯਚਰੀ ਸ਼ਰਦ ਪਵਾਰ ਹੋਣੀ ਵੀ ਹੁਣ ਬਕਾਇਦਾ ਸਰਗਰਮ ਹੋ ਕੇ ਤੇ ਸਾਰੀ ਵਿਰੋਧੀ ਧਿਰ ਨੂੰ ਇਕੱਠੇ ਕਰਨ ਦੇ ਲਈ ਤੇ ਨਵੀਂ ਰਣਨੀਤੀ ਘੜਨ ਦੇ ਲਈ ਉਹ ਸਰਗਰਮ ਨੇ। ਤੇ ਇਸ ਦੇ ਨਾਲ ਹੀ 25 ਸਤੰਬਰ ਨੂੰ ਜਿਹੜਾ ਚੌਧਰੀ ਦੇਵੀ ਲਾਲ ਦੇ ਜਨਮ ਦਿਨ ਉੱਤੇ ਜਿਸ ਢੰਗ ਨਾਲ ਓਮ ਪ੍ਰਕਾਸ਼ ਚਟਾਲਾ ਹੋਣੀ ਸਰਗਰਮੀ ਕਰ ਰਹੇ ਉੱਥੇ ਇਕੱਠ ਕਰਨ ਦੀ ਔਰ ਉਹਨਾਂ ਨੇ ਇਹ ਸਾਰੇ ਵਿਰੋਧੀ ਆਗੂਆਂ ਨੂੰ ਸੱਦਿਆ, ਇਸ ਤੋਂ ਇੱਕ ਜਿਹੜੀ ਨਵੇਂ ਸਮੀਕਰਨ ਤੇ ਨਵੀਂ ਤਸਵੀਰ ਜਿਹੜੀ ਉੱਭਰ ਰਹੀ ਹੈ। ਤੇ ਜੋ ਕੁਝ ਯੂਪੀ 'ਚ ਲੱਗਾ ਸਮਾਜਵਾਦੀ ਦੇ ਜਿਹੜੇ ਦਫ਼ਤਰ ਦੇ ਪੋਸਟਰ, ਉਹ ਕੀ ਕਹਾਣੀ ਕਹਿੰਦਾ, ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਸਤਨਾਮ ਚਾਨਾ ਜੀ, ਜਿਹੜੇ ਕਿ ਕੌਮੀ ਰਾਜਨੀਤੀ ਦੀਆਂ ਜੋ ਵੀ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਬੜੀ ਡੂੰਘਾਈ ਨਾਲ ਦੇਖਦੇ ਆ, ਉਹਨਾਂ ਦਾ ਇੱਕ ਆਪਣਾ ਨਜ਼ਰੀਆ ਸਾਰਾ। ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਯੂਪੀ ਵਿੱਚ ਪੋਸਟਰ ਲੱਗਿਆ ਸਮਾਜਵਾਦੀ ਪਾਰਟੀ ਦੇ ਦਫ਼ਤਰ ਦੇ ਬਾਹਰ, ਇਹ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਇਹਦੇ ਕੀ ਅਰਥ ਹੈ ਲਏ ਜਾ ਰਹੇ ਤੇ ਕੀ ਸੰਕੇਤ ਕਰਦਾ ਹੈ। ਚਾਨਾ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੰਡੂ ਸਾਹਿਬ। ਚਾਨਾ ਜੀ, ਜਿਸ ਤਰ੍ਹਾਂ ਆਪਾਂ ਪੋਸਟਰ ਦੀ ਗੱਲ ਕੀਤੀ ਹੈ, ਜਿਹੜਾ ਯੂਪੀ ਪਲੱਸ ਬਿਹਾਰ ਇਕੁਅਲ ਟੂ ਜਿਹੜਾ ਉਹਨਾਂ ਨੇ ਲਿਖਿਆ ਹੈਗਾ ਗਈ ਮੋਦੀ ਸਰਕਾਰ, ਤਾਂ ਇਹ ਕੀ ਸੰਕੇਤ ਕਰਦਾ? ਇਹ ਜਦੋਂ ਬਿਹਾਰ 'ਚ ਧਮਾਕਾ ਹੋਇਆ ਸੀ ਜੰਡੂ ਸਾਹਿਬ, ਉਦੋਂ ਕੁਛ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਕਿ ਬਿਹਾਰ ਇੱਕ ਹੋ ਗਿਆ ਆ, ਸਾਰੇ ਇਕੱਠੇ ਹੋ ਗਏ ਆ ਸਿਵਾਏ ਇੱਕ ਪਾਰਟੀ ਨੂੰ ਛੱਡ ਕੇ ਮੋਦੀ ਸਰਕਾਰ ਦੇ ਖਿਲਾਫ। ਔਰ ਉਹਦੇ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਕਿ ਯੂਪੀ ਦਾ ਕੀ ਬਣੇਗਾ ਤੇ ਪੱਛਮੀ ਬੰਗਾਲ ਦਾ ਕੀ ਬਣੇਗਾ, ਜਿਹੜੀਆਂ ਨਾਲ ਲੱਗਦੀਆਂ ਸਟੇਟਾਂ ਨੇ। ਮਮਤਾ ਬੈਨਰਜੀ ਕਿੱਧਰ ਜਾਏਗੀ ਤੇ ਅਖਿਲੇਸ਼ ਕਿੱਧਰ ਜਾਣਗੇ। ਅਖਿਲੇਸ਼ ਨੇ ਤਾਂ ਇੱਕ ਅੱਧੇ ਦਿਨ ਦੇ ਵਿੱਚ ਹੀ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਦਿੱਤਾ ਸੀਗਾ ਕਿ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੋਈ ਆ ਔਰ ਜਿਹੜੀ ਕਿ ਕੰਸੋਲੀਡੇਟ ਹੋਵੇਗੀ। ਔਰ ਉਹ ਇਹ ਸੀਗਾ ਕਿ ਕੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਵੀ ਫਰੰਟ ਬਣਨ ਜਾ ਰਿਹਾ। ਉਹ ਚਰਚਾ ਜਿਹੜੀ ਆ ਅਖਿਲੇਸ਼ ਦੇ ਬਿਆਨ ਦੇ ਨਾਲ ਸ਼ੁਰੂ ਹੋਈ ਸੀ। ਔਰ ਯੂਪੀ ਦੇ ਬਿਹਾਰ ਦੇ ਵਿੱਚ ਤਾਂ ਕਾਂਗਰਸ ਦਾ ਉਸ ਫਰੰਟ ਦੇ ਵਿੱਚ ਸ਼ਾਮਲ ਹੋ ਜਾਣਾ ਇਹ ਦੱਸਦਾ ਸੀਗਾ ਕਿ ਹਾਂ ਨੈਸ਼ਨਲ ਲੈਵਲ ਦੀ ਪਾਰਟੀ ਜਿਹੜੀ ਆ ਉਹ ਵਿੱਚ ਸ਼ਾਮਲ ਹੋ ਗਈ ਆ। ਲੇਕਿਨ ਫਰੰਟ ਵੀ ਨੈਸ਼ਨਲ ਲੈਵਲ ਤੇ ਬਣ ਸਕਦਾ ਕਿ ਨਹੀਂ ਬਣ ਸਕਦਾ, ਇਹ ਬੜੀ ਜਲਦੀ ਚਰਚਾ ਸ਼ੁਰੂ ਜਦੋਂ ਹੋਈ ਉਦੋਂ ਅਖਿਲੇਸ਼ ਦਾ ਹੀ ਬਿਆਨ ਜਿਹੜਾ ਨਾ ਆਉਣ ਤੋਂ ਬਾਅਦ ਇਸ ਗੱਲ ਦੀਆਂ ਕਿਆਸਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ।
ਔਰ ਉਸ ਤੋਂ ਬਾਅਦ ਕੀ ਹੋਇਆ ਕਿ ਕਾਂਗਰਸ ਨੇ ਆਪਣਾ ਜਦੋਂ ਅਭਿਆਨ ਸ਼ੁਰੂ ਕਰ ਲਿਆ, ਦੂਜੇ ਪਾਸੇ ਇਹਨਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ, ਨਿਤੀਸ਼ ਕੁਮਾਰ ਜੀ ਨੇ। ਔਰ ਉਹ ਉੱਥੇ ਹੀ ਨਹੀਂ ਮਿਲੇ ਜਾਂ ਆਂਢ ਗੁਆਂਢ ਹੀ ਨਹੀਂ ਮਿਲੇ, ਲੇਕਿਨ ਦਿੱਲੀ ਮਤਲਬ ਕੈਪੀਟਲ 'ਚ ਆ ਕੇ ਇਸ ਮੁਹਿੰਮ ਨੂੰ ਵਿੱਢਣਾ ਜਿਹੜਾ ਨਾ, ਉਹ ਵੀ ਇਹ ਸਾਬਤ ਕਰਦਾ ਸੀਗਾ ਕਿ ਨੈਸ਼ਨਲ ਲੈਵਲ ਦੇ ਉੱਤੇ ਫਰੰਟ ਕੋਈ ਨਾ ਕੋਈ ਹੋਂਦ ਵਿੱਚ ਆਉਣ ਲੱਗਾ ਆ। ਫਿਰ ਇਹ ਸੀਗਾ ਕਿ ਵੀ ਕੀ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਆ, ਇਸ ਕਰਕੇ ਘੁੰਮ ਰਹੇ ਆ। ਅੰਦਰ ਖਾਤੇ ਕੀ ਹੋ ਰਿਹਾ ਸੀਗਾ ਔਰ ਅੰਦਰ ਖਾਤੇ ਕਿਸ ਨੂੰ ਅੱਗੇ ਲਾਉਣਗੇ, ਇਹ ਗੱਲ ਕਹਿਣ ਤੋਂ ਸਾਰੇ ਅਵੋਇਡ ਕਰਦੇ ਸੀਗੇ। ਈਵਨ ਨਿਤੀਸ਼ ਕੁਮਾਰ ਨੇ ਵੀ ਕਹਿ ਦਿੱਤਾ ਸੀਗਾ ਕਿ ਮੈਂ ਕੈਂਡੀਡੇਟ ਨਹੀਂ ਹੈਗਾ, ਮੈਂ ਤੇ ਭਾਰਤੀ ਜਨਤਾ ਪਾਰਟੀ ਦੀ, ਮੋਦੀ ਦੀ ਸਰਕਾਰ ਦੇ ਖਿਲਾਫ ਇੱਕ ਫਰੰਟ ਖੜਾ ਕਰਨ ਦਾ ਇੱਕ ਸਾਧਨ ਆ ਔਰ ਮੈਂ ਉਹ ਫਰੰਟ ਖੜਾ ਕਰਨਾ ਆ। ਪ੍ਰਧਾਨ ਮੰਤਰੀ ਵਾਲੀ ਗੱਲ ਨਾ ਜਿਹੜੀ ਨਾ ਉਹ ਨਾ ਕਰੋ, ਹਨਾ। ਔਰ ਇਸੇ ਤਰ੍ਹਾਂ ਹੀ ਜਿਹੜਾ ਦੂਸਰਾ ਪਾਸਾ ਵੀ ਹੈ ਕਾਂਗਰਸ ਦਾ ਵੀ ਹੈ, ਔਰ ਉਹ ਵੀ ਇਹ ਸੀ ਕਿ ਵੀ ਕਾਂਗਰਸ ਦੀ ਤਾਂ ਕੁਛ ਏਦਾਂ ਦੀ ਅਜੇ ਨਜ਼ਰ ਨਹੀਂ ਸੀ ਆਉਂਦੀ ਕਿ ਉਹ ਇਹ ਕਲੇਮ ਕਰਨਗੇ ਕਿ ਨਹੀਂ ਪ੍ਰਧਾਨ ਮੰਤਰੀ, ਕਿਉਂਕਿ ਉਹ ਸ਼ੁਰੂ ਤੋਂ ਏਦਾਂ ਕਰਦੇ ਵੀ ਆਏ ਆ ਕਿ ਪ੍ਰਧਾਨ ਮੰਤਰੀ ਜਿਹੜਾ ਸਾਡਾ ਹੀ ਹੋਣਾ ਚਾਹੀਦਾ ਹੈ। ਲੇਕਿਨ ਉਹਨਾਂ ਦੇ ਉਹਨਾਂ ਚਿਰ ਕੁਛ ਨਜ਼ਰ ਨਹੀਂ ਆ ਰਿਹਾ ਸੀਗਾ ਵੀ ਪੱਲੇ ਕੀ ਆ, ਜਿੰਨਾ ਚਿਰ ਉਹਨਾਂ ਨੇ ਇੱਕ ਭਾਰਤ ਜੋੜੋ ਅਭਿਆਨ ਸ਼ੁਰੂ ਨਹੀਂ ਕੀਤਾ ਸੀ। ਔਰ ਇਹ ਗੱਲਾਂ ਜਿਹੜੀਆਂ ਦੋ ਹੈਗੀਆਂ, ਹੁਣ ਜਿਹੜਾ ਤੁਸੀਂ ਬਹੁਤ ਉਹਦਾ ਸੈਂਟਰਲ ਪੁਆਇੰਟ ਪਕੜਿਆ ਹੈਗਾ ਕਿ ਇਸ ਗੱਲ ਦੀ ਚਰਚਾ ਹੈ ਕਿ ਫੂਲਪੁਰ ਤੋਂ ਚੋਣ ਲੜਨਗੇ ਨਿਤੀਸ਼ ਕੁਮਾਰ। ਇਸ ਇੱਕੋ ਹੀ ਪੁਆਇੰਟ ਦਾ ਜੇ ਇਹ ਸਹੀ ਹੈ ਗੱਲ ਕਿ ਜਾਂ ਇਹ ਲੋਕਾਂ ਦੀ ਇੱਛਾ ਆ, ਹਨਾ, ਇਹ ਦੋਹਾਂ ਗੱਲਾਂ ਦੇ ਵਿੱਚ ਫਰਕ ਬੜਾ। ਕੀ ਇਹ ਇਸ ਗੱਲ ਦੀ ਇੱਛਾ ਹੈਗੀ ਆ ਲੋਕਾਂ ਦੀ, ਲੋਕਲ ਲੋਕਾਂ ਦੀ ਇੱਛਾ ਹੈਗੀ ਆ, ਕਿ ਜਾਂ ਇਹ ਫਰੰਟ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਚਰਚਾ ਹੋ ਰਹੀ ਆ? ਤਾਂ ਫਿਰ ਗੱਲ ਬੜੀ ਸਪਸ਼ਟ ਹੈਗੀ ਕਿ ਇਹ ਇਤਿਹਾਸ ਰਿਹਾ ਆ। ਸਰਕਾਰਾਂ ਜਦੋਂ ਬਣਦੀਆਂ, ਜਦੋਂ ਕੇਂਦਰ ਦੇ ਵਿੱਚ ਸਰਕਾਰ ਬਣਦੀ ਆ, ਉਹਦੇ 'ਚ ਜਿਸ ਪਾਸੇ ਯੂਪੀ ਚਲਿਆ ਜਾਵੇ, ਬਿਹਾਰ ਚਲੇ ਜਾਣ, ਉਹ ਸਰਕਾਰ ਉਸੇ ਦੀ ਹੀ ਬਣਦੀ ਹੁੰਦੀ ਆ। ਔਰ ਇਸੇ ਤਰ੍ਹਾਂ ਉਹਨਾਂ ਦਾ ਲੀਡਰ ਜਾਣਾ ਕੌਣ ਹੋਏਗਾ? ਯੂਪੀ ਤੇ ਬਿਹਾਰ ਦੇ ਵਿੱਚ 120 ਦੇ ਕਰੀਬ ਲੋਕ ਸਭਾ ਦੀਆਂ ਸੀਟਾਂ 120 ਦੇ ਕਰੀਬ ਲੋਕ ਸਭਾ ਸੀਟਾਂ ਹੂੰਝ ਕੇ ਲੈ ਜਾਂਦੀ ਆ ਪਾਰਲੀਮੈਂਟ ਦੀ ਜਿਹੜੀ ਬੜੀ ਵੱਡੀ ਤਾਕਤ ਨੂੰ। ਲੇਕਿਨ ਉਹਦੇ ਵਿੱਚ ਇਹ ਵੀ ਨਾਲ ਹੀ ਚਰਚਾ ਰਹੀ ਆ ਹਮੇਸ਼ਾ, ਇੱਕ ਦੋ ਵਾਰੀ ਜਦੋਂ ਜਦੋਂ ਚੋਣ ਲੜ ਕੇ ਆਉਂਦੇ, ਜਦੋਂ ਕੋਈ ਕ੍ਰਾਈਸਿਸ ਨਾ ਹੋਵੇ, ਸਮੂਥ ਚੋਣ ਹੋ ਜਾਵੇ, ਤਾਂ ਆਮ ਤੌਰ ਤੇ ਇਹ ਪ੍ਰਭਾਵ ਦਿੱਤਾ ਜਾਂਦਾ ਕਿ ਜੀ ਪ੍ਰਧਾਨ ਮੰਤਰੀ ਵੀ ਜਿਹੜਾ ਨਾ ਯੂਪੀ ਤੋਂ ਹੋਏਗਾ। ਤੁਹਾਨੂੰ ਇਹ ਪਤਾ ਹੋਣਾ ਆ ਕਿ ਮੋਦੀ ਸਾਹਿਬ ਨੇ ਵੀ ਯੂਪੀ ਤੋਂ ਆ ਕੇ ਹੀ ਚੋਣ ਲੜੀ ਸੀ, ਇਹ ਯਕੀਨ ਦਿਵਾਉਣ ਦੇ ਲਈ ਕਿ ਯੂਪੀ ਦਾ ਪ੍ਰਧਾਨ ਮੰਤਰੀ ਬਣਨ ਜਾ ਰਿਹਾ, ਠੀਕ ਹੈ। ਔਰ ਜੇ ਇਹ ਫੂਲਪੁਰ ਦੀ ਚਰਚਾ ਹੋ ਰਹੀ ਆ, ਤੁਹਾਨੂੰ ਵੀ ਪਤਾ ਹੋਣਾ ਕਿ ਸ਼ਾਇਦ ਉੱਥੋਂ ਪੰਡਿਤ ਜਵਾਹਰ ਲਾਲ ਨਹਿਰੂ ਵੀ 2 ਵਾਰ ਜਿੱਤੇ ਸੀਗੇ। ਔਰ ਜੀ ਉਸ ਤੋਂ ਬਾਅਦ ਹਨਾ ਇਹ ਉਹਨਾਂ ਦੀ ਉਹ ਤੋਂ ਬਾਅਦ ਜਿਹੜਾ ਨਾ ਕਹਿਣ ਤੋਂ ਮਤਲਬ ਕਿ ਉਸ ਸੀਟ ਨੂੰ ਦੀ ਚੋਣ ਕਰਨੀ ਤੇ ਸਟੇਟ ਦੀ ਚੋਣ ਕਰਨੀ ਜਾਂ ਉਸ ਦੀ ਚਰਚਾ ਹੋਣੀ, ਇਹੀ ਸਾਬਤ ਕਰਦੀ ਆ ਕਿ ਦੋ ਗੱਲਾਂ ਹੋ ਰਹੀਆਂ ਬੜੇ ਵੱਡੇ ਪੈਮਾਨੇ ਤੇ। ਇੱਕ ਤੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਆ ਕਿ ਜਦੋਂ ਮੋਦੀ ਸਾਹਿਬ ਦੀ ਹਾਰ ਹੋਏਗੀ ਔਰ ਬੀਜੇਪੀ ਦੀ ਹਾਰ ਹੋਏਗੀ, ਤਾਂ ਤਾਕਤ ਆ ਜਿਹੜੀ ਉਹ ਯੂਪੀ ਦੇ ਪੱਲੇ ਹੀ ਰਹੇਗੀ ਜਾਂ ਯੂਪੀ ਦਾ ਹੀ ਪ੍ਰਮੁੱਖ ਰੋਲ ਉਹਦੇ 'ਚ ਹੋਵੇਗਾ, ਰਹੇਗਾ। ਹਨਾ, ਰਹੇਗਾ। ਔਰ ਦੂਸਰਾ ਗੱਲ ਇਹ ਹੈ ਕਿ ਇੱਕ ਬਿਲਟ ਐਸੀ ਆ, ਜਦੋਂ ਇੱਕ ਪਾਸੇ ਨੂੰ ਇਹ ਉਲਰਦੀ ਆ, ਤਾਂ ਇਹ ਆਲੇ ਦੁਆਲੇ ਦੇ ਨਾਲ ਲੱਗਦੀਆਂ ਸਟੇਟਾਂ ਜਿਹੜੀਆਂ ਉਹਨਾਂ 'ਤੇ ਵੀ ਪ੍ਰਭਾਵ ਪਾਉਂਦੀ ਹੈ। ਔਰ ਹਾਂਜੀ ਹਾਂਜੀ ਜੀ ਹਾਂ, ਉਹਨਾਂ ਉੱਤੇ ਵੀ ਰਾਜਨੀਤਿਕ ਪ੍ਰਭਾਵ ਇਹਦਾ ਪੈਂਦਾ, ਦੋ ਤਰ੍ਹਾਂ ਪੈਂਦਾ ਹੈ। ਇੱਕ ਤਾਂ ਇਹ ਲੈਂਦਾ ਵੀ ਜਦੋਂ ਦੋਏ ਇੱਕ ਪਾਸੇ ਹੋ ਹੀ ਗਏ ਆ, ਲੋਕਾਂ ਦਾ ਮੁਹਾਨ ਐਸਾ ਹੈ ਹੀ ਆ, ਤਾਂ ਫਿਰ ਸਰਕਾਰ ਤਾਂ ਬਦਲ ਹੀ ਰਹੀ ਹੈ। ਜਦੋਂ ਸਰਕਾਰ ਦੇ ਬਦਲਣ ਦਾ ਪ੍ਰਭਾਵ ਚਲਿਆ ਜਾਵੇ, ਤਾਂ ਫਿਰ ਦੂਸਰੀ ਧਿਰ ਦੇ ਜਿਹੜੇ ਨਾ ਵੋਟਰ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਪਰਸੈਂਟੇਜ ਟੁੱਟ ਕੇ ਦੂਜੇ ਪਾਸੇ ਚਲੀ ਜਾਂਦੀ ਹੁੰਦੀ। ਹੁਣ ਚਾਹਣਾ ਇਹਦੇ ਜੇ ਅਸੀਂ ਬਿਹਾਰ ਤੇ ਨਜ਼ਰ ਮਾਰੀਏ ਤਾਂ ਬਿਹਾਰ 'ਚ ਜਿਹੜਾ ਪਿਛਲਾ ਵੋਟਾਂ ਦਾ ਪੈਟਰਨ ਰਿਹਾ ਹੈਗਾ, ਉਹਦੇ ਵਿੱਚ ਲਗਭਗ ਜਿਹੜੇ ਧਿਰਾਂ ਇਸ ਵੇਲੇ ਇਕੱਠੀਆਂ, ਉਹਦੇ ਵਿੱਚ ਜਨਤਾ ਦਲ ਯੂ ਨੂੰ 20% ਤੋਂ ਉੱਪਰ ਵੋਟ ਮਿਲੇ। ਇਸ ਤਰ੍ਹਾਂ ਹੀ ਜਿਹੜਾ ਰਾਸ਼ਟਰੀ ਜਨਤਾ ਦਲ ਸੀ ਉਹਨੂੰ 23% ਤੋਂ ਉੱਪਰ ਵੋਟ ਮਿਲੇ, ਤੇ ਜਿਹੜੀ ਕਾਂਗਰਸ ਹੈ ਉਹਨੂੰ 6% ਵੋਟ ਮਿਲੇ। ਉਸ ਤਰ੍ਹਾਂ ਜਿਹੜੀਆਂ ਉੱਥੇ ਖੱਬੀਆਂ ਪਾਰਟੀਆਂ, ਲਗਭਗ ਉਹਨਾਂ ਦੀ ਜਿਹੜੀ ਗਿਣਤੀ ਹੈਗੀ ਹੈ ਵੋਟਾਂ ਦਾ ਜਿਹੜਾ ਬਣਦਾ ਹੈਗਾ, ਉਹ 5% ਤੋਂ ਉੱਪਰ ਹੈਗਾ। ਸੋ ਇਹ ਸਾਰੀਆਂ ਧਿਰਾਂ ਇਸ ਵੇਲੇ ਉੱਥੇ ਮਿਲ ਕੇ ਇਹਨਾਂ ਨੇ ਸਰਕਾਰ ਬਣਾਈ ਹੈ। ਤੇ ਇਸ ਤੋਂ ਲੱਗਦਾ ਹੈ ਕਿ ਜਿਹੜਾ ਉੱਥੇ ਜਿਹੜਾ ਬਹੁਤ ਵੱਡਾ ਸੀਟਾਂ ਦਾ ਫਰਕ ਪੈਣ ਦੇ ਜਿਹੜੇ ਅਸਾਰ ਹੈ, ਜਿਹੜੀਆਂ ਸੰਭਾਵਨਾਵਾਂ, ਉਹ ਇਸ ਨੂੰ ਦੇਖ ਕੇ ਵੀ ਲੱਗਦੀਆਂ, ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਨੂੰ 15% ਵੋਟ ਮਿਲੇ ਆ,
ਤੇ ਲੋਕ ਜਨਸ਼ਕਤੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੀ ਹੈ ਉਸ ਨੂੰ ਉਦੋਂ 11% ਵੋਟ ਮਿਲੇ ਸੀ। ਸੋ ਇਹ ਸਾਰੀ ਸਥਿਤੀ ਦੇ ਵਿੱਚ ਜੇ ਅਸੀਂ ਬਿਹਾਰ ਤੇ ਨਜ਼ਰ ਮਾਰੀਏ ਤਾਂ ਬਹੁਤ ਵੱਡਾ ਫਰਕ ਨਜ਼ਰ ਆ ਰਿਹਾ। ਜਿੱਥੋਂ ਤੱਕ ਬਿਹਾਰ ਦਾ ਤਾਲੁਕ ਹੈ ਇਹ ਤਾਂ ਸਿਚੁਏਸ਼ਨ ਇੱਕਦਮ ਹੀ ਸਪਸ਼ਟ ਹੈਗੀ ਆ। ਜਿੱਥੋਂ ਤੱਕ ਪਰਸੈਂਟੇਜ ਦਾ ਮਾਮਲਾ, ਵੋਟਾਂ ਦੇ ਪਰਸੈਂਟੇਜ ਦਾ ਮਾਮਲਾ, ਬੀਜੇਪੀ ਦੇ ਨਾਲ ਲੋਕ ਜਨਸ਼ਕਤੀ ਵੀ ਮਿਲ ਕੇ, ਲੋਕ ਜਨਸ਼ਕਤੀ ਹੁਣ ਉਹ ਤਾਕਤ ਨਹੀਂ ਰਹਿ ਗਈ ਜਿਹੜੀ ਉਦੋਂ ਫਰੰਟ ਬਣਨ ਦੇ ਟਾਈਮ ਤੇ ਸੀ। ਉਦੋਂ ਫਰੰਟ ਦੂਸਰੇ ਹੋਰ ਤਰ੍ਹਾਂ ਦਾ ਸੀਗਾ, ਉਹਦੇ ਚੋਂ ਦੋ ਇਕੱਲੇ ਨਹੀਂ ਸੀ। ਹੁਣ ਦੋਹਾਂ ਦਾ ਰਲ ਕੇ ਲੋਕ ਜਨਸ਼ਕਤੀ ਪਾਰਟੀ ਵੀ ਤਾਂ ਦੋ ਹਿੱਸਿਆਂ 'ਚ ਹੋਈ ਹੈ ਨਾ। ਉਹੀ ਮੈਂ ਕਹਿੰਦਾ ਕਿ ਉਹਨਾਂ ਦੀ ਉਹ ਪਹਿਲਾਂ ਵਾਲੀ ਪੋਜੀਸ਼ਨ ਰਹੀ ਨਹੀਂ। ਪਰਸੈਂਟੇਜ ਜਿਹੜੀ ਉਹਨਾਂ ਨੂੰ 6% ਮਿਲੀ ਸੀ, ਫਰਦਰ ਅੱਗੋਂ ਹੈ 11% ਫਰਦਰ ਜਿਹੜੀ ਆ 26% ਦੋਹਾਂ ਨੂੰ ਮਿਲ ਕੇ ਮਿਲੀ ਸੀ, ਬੀਜੇਪੀ ਨੂੰ ਔਰ ਲੋਕ ਜਨਸ਼ਕਤੀ ਨੂੰ। ਉਹ ਪਹਿਲਾਂ ਤਾਂ ਉਹ 11% ਜਿਹੜੀ ਨਾ ਉਹ ਪੋਜੀਸ਼ਨ ਉਹ ਨਹੀਂ ਰਹਿ ਗਈ। ਫਿਰ ਵੀ ਜੇ ਇਹਨਾਂ ਨੂੰ 26% ਵੀ ਅਸੀਂ ਮੰਨ ਲਈਏ ਤਾਂ ਦੂਜੀਆਂ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਨਾ ਉਹ ਇਕੱਠੀਆਂ ਹੋ ਗਈਆਂ ਆ। ਵੋਟਾਂ ਦੀ ਪਰਸੈਂਟੇਜ ਦਾ ਬਹੁਤ ਵੱਡਾ ਭਾਰੀ ਜਿਹੜਾ ਨਾ ਫਰਕ ਪੈ ਗਿਆ। ਔਰ ਇਸ ਕਰਕੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕੋਈ ਲੋਕਲ ਰੀਜ਼ਨਸ ਦੇ ਕਰਕੇ ਕੋਈ ਬੀਜੇਪੀ ਦੀਆਂ ਜਿਹੜੀਆਂ ਕੁਝ ਸੀਟਾਂ ਹੋ ਜਾਣ। ਅਦਰਵਾਈਜ਼ ਕੋਈ ਉਧਰੋਂ ਕੋਈ ਰੋਸ਼ਨੀ ਦੀ ਕਿਰਨ ਨਜ਼ਰ ਨਹੀਂ ਆਉਂਦੀ ਕਿ ਬੀਜੇਪੀ ਉੱਥੋਂ ਕੋਈ ਤਾਕਤ ਲੈ ਕੇ ਨਿਕਲੇਗੀ। ਔਰ ਹੋ ਸਕਦਾ ਕਿ ਬਹੁਤ ਵੱਡਾ ਉੱਥੇ ਧੱਕਾ ਲੱਗ ਜਾਵੇ ਇਸ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆਂ। ਜਿਹੜੀ ਹੈਗੀ ਹੈ ਯੂਪੀ ਦੇ ਵਿੱਚ ਫੇਰ ਵੀ ਜਿਹੜਾ ਨਾ 41.29% ਦੇ ਕਰੀਬ ਜਿਹੜੀ ਨਾ ਉਹ ਵੋਟ, ਕਰੀਬ ਨਹੀਂ ਹੈ ਆ, 41.29 ਜਿਹੜੇ ਨਾ ਬੀਜੇਪੀ ਲੈ ਕੇ ਗਈ ਆ ਪਿਛਲੀਆਂ ਅਸੈਂਬਲੀ ਚੋਣਾਂ, ਵਿਧਾਨ ਸਭਾ ਚੋਣਾਂ ਦੇ ਵਿੱਚ। ਦੂਸਰੇ ਇੰਜ ਲੱਗਦਾ ਹੈ ਕਿ ਕਾਂਗਰਸ ਦਾ ਤਾਂ ਹੁਣ ਮਤਲਬ ਹੀ ਕੋਈ ਨਹੀਂ ਕਿ ਉਹ ਅਲੱਗ ਤੋਂ ਲੜੇ। ਉਹਨਾਂ ਨੂੰ ਬੜਾ ਭੁਲੇਖਾ ਲੱਗ ਗਿਆ ਸੀਗਾ ਪਿਛਲੀ ਵਾਰੀ, ਉਹ ਉਹਨਾਂ ਦਾ ਗਿਆ ਨਿਕਲ ਜਦੋਂ 2% ਦੇ ਨੇੜੇ ਤੇੜੇ ਆ ਕੇ ਗਿਰੇ ਵੋਟਾਂ ਦੇ ਵਿੱਚ, ਹੈ ਨਾ। ਲੇਕਿਨ ਉਹ ਤੋਂ ਬਾਅਦ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਉਹ ਅਖਿਲੇਸ਼ ਦੀ ਹੈਗੀ ਜਾਂ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਦੀ ਹੈ। 32 ਪੁਆਇੰਟ ਸਮਥਿੰਗ ਵੋਟਾਂ ਜਿਹੜੀਆਂ ਨਾ ਉਹਨਾਂ ਦੀਆਂ ਇੱਕ ਪਾਰਟੀ ਦੀਆਂ ਹੈਗੀਆਂ। ਫਿਰ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਕਰ ਲਈਏ। ਇਹਦੇ ਵਿੱਚ ਜਿਹੜਾ ਰੰਗ ਦਾ ਪੱਤਾ ਹੈ ਨਾ ਉਹ ਹੈਗੀ ਆ ਬੀਐਸਪੀ ਦੇ ਰੰਗ ਦਾ ਪੱਤਾ ਬੀਐਸਪੀ ਹੈ। ਜੇ ਬੀਐਸਪੀ ਦੀ 12.9% ਦੇ ਕਰੀਬ ਜਿਹੜੇ ਨਾ ਵੋਟ ਹੈਗੀ ਆ ਉਹਨਾਂ ਦੇ ਕੋਲ, ਉਹ ਬੀਐਸਪੀ ਕਿਸ ਪਾਸੇ ਜਾਣ ਦਾ ਫੈਸਲਾ ਕਰਦੀ ਆ ਇਹ ਉਹਦੇ ਵੀ ਹੱਥ 'ਚ ਹੈ। ਔਰ ਫਿਰ ਬਹੁਤ ਟਫ ਫਾਈਟ ਹੋਊਗੀ। ਔਰ ਇਹ ਇੱਕ ਗਣਤੰਤਰ ਦਾ ਇੱਕ ਅਸੂਲ ਵੀ ਹੈ ਕਿ ਇਹਦੇ ਵਿੱਚ ਵੇਵਰਿੰਗ ਵੋਟ ਬਹੁਤ ਜ਼ਿਆਦਾ ਹੁੰਦੀ ਹੈ, ਖਾਸ ਤੌਰ ਤੇ ਸਾਡੇ ਵਰਗੇ ਦੇਸ਼ ਦੇ ਵਿੱਚ ਜਿੱਥੇ ਮਿਡਲ ਕਲਾਸ ਦੀ ਪਰਸੈਂਟੇਜ ਨਹੀਂ ਜ਼ਿਆਦਾ ਹੈਗੀ ਆ। ਔਰ ਉਹਨਾਂ ਦੇ ਵਿੱਚ ਬੜਾ ਵੱਡਾ ਸੈਕਸ਼ਨ ਹਵਾ ਦੇਖ ਕੇ ਫੈਸਲਾ ਕਰਦਾ ਹੈ। ਜੇ ਇਹ ਹਵਾ ਚੱਲਦੀ ਆ ਕਿ ਨਹੀਂ ਇਸ ਵਾਰ ਜੋ ਮਰਜ਼ੀ ਹੋ ਜਾਵੇ ਸਰਕਾਰ ਇਹਨਾਂ ਦੀ ਨਹੀਂ ਬਣਨੀ, ਤਾਂ ਬਹੁਤ ਵੱਡਾ ਭਾਰੀ ਹਿੱਸਾ ਜਿਹੜਾ ਨਾ ਵੋਟਰਾਂ ਦਾ ਸ਼ਿਫਟ ਕਰ ਜਾਂਦਾ ਹੁੰਦਾ। ਔਰ ਇਸੇ ਤਰ੍ਹਾਂ ਕਾਰੋਬਾਰੀਆਂ ਦਾ ਕਰ ਜਾਂਦਾ ਹੁੰਦਾ ਹੈ। ਔਰ ਇਸੇ ਤਰ੍ਹਾਂ ਜਿਹੜੇ ਇੰਡਸਟਰੀਅਲਿਸਟ ਹੈਗੇ ਉਹਨਾਂ ਦਾ ਵੀ ਕਰ ਜਾਂਦਾ ਹੁੰਦਾ ਹੈ ਉਸ ਪਾਸੇ। ਉਹਨਾਂ ਦਾ ਮਤਲਬ ਹੁੰਦਾ ਕਿ ਫੰਡਸ ਕਿੱਧਰ ਜਾਣਗੇ ਔਰ ਇਹ ਵੋਟ ਕਿੱਧਰ ਜਾਣਗੇ। ਔਰ ਜੇ ਬੀਐਸਪੀ ਵੀ ਫੈਸਲਾ ਕਰ ਲੈਂਦੀ ਆ ਕਿ ਬਈ ਇਹਨਾਂ ਨੇ ਬੀਜੇਪੀ ਦੇ ਖਿਲਾਫ ਹੀ ਭੁਗਤਣਾ ਆ, ਤਾਂ ਫਿਰ ਯੂਪੀ ਦੇ ਵਿੱਚ ਜਿਹੜਾ ਸਲੋਗਨ ਲਾਇਆ ਜਾਂ ਪੋਸਟਰ ਲਾਇਆ ਗਿਆ ਜਾਂ ਬੈਨਰ ਲਾਇਆ ਵੀ ਕਹਿੰਦੇ ਗਿਆ ਕਿ ਯੋਗੀ ਸਾਹਿਬ ਦੇ ਰੈਜ਼ੀਡੈਂਸ ਦੇ ਕਿਤੇ ਨੇੜੇ ਹੀ ਆ ਉਹਦਾ ਵੀ ਜਿਹੜਾ ਜਿੱਥੇ ਪੋਸਟਰ ਲਾਇਆ ਗਿਆ, ਜਿੱਥੇ ਸ਼ੁਰੂ ਕੀਤਾ ਗਿਆ। ਔਰ ਹੁਣ ਉਹ ਲੱਗਾ ਚਾਹੇ ਇੱਕ ਜਗ੍ਹਾ ਜਾਂ ਦੋ ਜਗ੍ਹਾ ਜਾਂ 20 ਜਗ੍ਹਾ, ਲੇਕਿਨ ਉਹ ਤਾਂ ਹੁਣ ਫੈਲ ਗਿਆ ਔਰ ਸੋਸ਼ਲ ਮੀਡੀਆ ਨੇ ਉਹਨੂੰ ਘਰ ਘਰ ਪਹੁੰਚਾ ਦਿੱਤਾ ਕਿ ਜੀ ਉਹਦੀ ਚਰਚਾ ਦਾ ਦੇਸ਼ ਭਰ 'ਚ ਹੋ ਰਹੀ ਚਾਹਨਾ ਜੀ। ਉਹ ਦੇਸ਼ ਉਹਦੇ ਚਰਚਾ ਜਿਹੜੀ ਉਹ ਇਸ ਗੱਲ ਨੇ ਛੇੜੀ ਆ ਕਿ ਆਮ ਲੋਕ, ਆਮ ਵੋਟਰ ਦੇ ਜਿਹੜੇ ਆ ਨਾ ਉਹ ਕਨਸੈਪਟ ਦੇ ਵਿੱਚ ਬੈਠਦਾ ਹੀ ਨਹੀਂ ਸੀ ਕਿ ਸਰਕਾਰ ਜਿਹੜੀ ਨਾ ਜਾ ਸਕਦੀ ਆ, ਹੈ ਨਾ। ਜਦੋਂ ਉਹ ਮਤਲਬ ਉਹ ਸਲੋਗਨ 'ਚ ਹੀ ਇਹ ਸ਼ਾਮਲ ਹੋ ਗਿਆ ਜਦੋਂ ਕਿ ਯੂਪੀ ਪਲੱਸ ਬਿਹਾਰ, ਹੈ ਨਾ, ਤੇ ਗਈ ਮੋਦੀ ਸਰਕਾਰ ਜੋ ਵੀ ਆ ਵੀ ਇਹਦਾ ਮਤਲਬ ਗਈ, ਹੈ ਨਾ। ਲੋਕ ਐ ਸੋਚਣ ਜਦੋਂ ਸ਼ੁਰੂ ਕਰ ਦਿੰਦੇ ਨਾ ਕਿ ਗਈ, ਔਰ ਉਹਦੇ ਨਾਲ ਫਿਰ ਉਹ ਹਵਾ ਬਣਨ ਦੇ ਵਿੱਚ ਜਿਹੜਾ ਨਾ ਉਹ ਬਹੁਤ ਤੇਜ਼ੀ ਦੇ ਨਾਲ ਫੈਲੀ। ਉਹ ਕੱਲ ਹੀ ਲੱਗਾ ਔਰ ਉਹ ਰਾਤੋਂ ਰਾਤ ਸਵੇਰ ਤੱਕ ਵੀ, ਹੁਣ ਕੱਲ ਹੀ ਜਿਹੜਾ ਬੜਾ ਤੇਜ਼ੀ ਦੇ ਨਾਲ ਫੈਲਿਆ। ਅਖਬਾਰਾਂ ਦੇ ਵਿੱਚ ਵੀ ਖਬਰਾਂ ਜਿਹੜੀਆਂ ਨਾ ਪੋਸਟਰ ਸਮੇਤ ਲੱਗ ਗਈਆਂ, ਹਨਾ, ਪਹੁੰਚ ਗਏ। ਹੁਣ ਉਹ ਇੱਕ ਭਾਵਨਾ ਹੈ ਜਿਹੜੀ ਤੁਰੀ ਫਿਰਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ, ਜਿਹੜਾ ਉਹਨਾਂ ਨੂੰ ਅੰਦਰ ਛੁਪੇ ਹੋਏ ਉਹਨਾਂ ਦੇ ਜਿਹੜੇ ਇੱਛਾ ਸੀਗੀ ਉਹਦਾ ਜਦੋਂ ਪ੍ਰਗਟਾਵਾ ਹੋਣਾ ਸ਼ੁਰੂ ਹੋਇਆ ਉਹ ਪੋਸਟਰ ਦੇ ਉੱਤੇ ਜਾ ਚੜਿਆ। ਔਰ ਪੋਸਟਰ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਕਿ ਵੀ ਹਾਂ, ਹੁਣ ਲੱਗਣ ਲੱਗ ਪਿਆ ਵੀ ਗਈ, ਇਹ ਤਾਂ ਗਈ, ਹੈ ਨਾ।
ਇਸ ਕਰਕੇ ਵੈਸੇ ਉਹ ਵੀ ਕਹਿਣਾ ਜੀ, ਅਸੀਂ ਦੇਖਦੇ ਹਾਂ ਕਿ ਯੂਪੀ ਬਿਹਾਰ ਜਿਹੜਾ ਹੈ, ਖਾਸ ਕਰਕੇ ਮੰਡਲ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਦੋਂ ਓਬੀਸੀ ਵਾਲਾ ਜਿਹੜਾ ਫੈਕਟਰ ਸਾਹਮਣੇ ਆਇਆ, ਉਹ ਪੱਖ ਸਾਹਮਣੇ ਆਇਆ, ਤਾਂ ਜਿਸ ਢੰਗ ਨਾਲ ਉੱਥੇ ਫਿਰ ਜਨਤਾ ਦਲ ਨੇ ਖਾਸ ਕਰਕੇ ਬਿਹਾਰ ਤੇ ਯੂਪੀ ਦੇ ਅੰਦਰ ਜਿਹੜੀਆਂ ਸਥਾਨਕ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਜਾਂ ਰੀਜਨਲ ਖੇਤਰੀ ਪਾਰਟੀਆਂ ਬਣੀਆਂ, ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ ਯੂ, ਤਾਂ ਉਸ ਤੋਂ ਬਾਅਦ ਉੱਥੇ ਬੜਾ ਲੰਬਾ ਸਮਾਂ ਕਿਸੇ ਵੀ ਰਾਸ਼ਟਰੀ ਪਾਰਟੀ ਨੂੰ ਮੌਕਾ ਨਹੀਂ ਮਿਲਿਆ। ਇਹ ਪਹਿਲੀ ਵਾਰ ਹੈ ਕਿ ਯੂਪੀ 'ਚ ਜਿਹੜਾ ਇਸ ਵਾਰ 2 ਵਾਰ ਜਿਹੜੀ ਹੈ ਬੀਜੇਪੀ ਦੀ ਉੱਥੇ ਸਰਕਾਰ ਬਣੀ ਹੈ। ਪਰ ਜੇ ਉਹ ਸਾਰੀਆਂ ਹੀ ਪਾਰਟੀਆਂ ਜਿਨ੍ਹਾਂ ਨੇ ਉਦੋਂ ਇਹ ਸਾਰੇ ਖਿੱਤੇ ਦੇ ਵਿੱਚ ਆਪਣੀ ਤਾਕਤ ਪੂਰੀ ਕਾਇਮ ਕਰ ਲਈ ਸੀ, ਤਾਂ ਉਹ ਦੁਬਾਰਾ ਇਕੱਠੀਆਂ ਹੁੰਦੀਆਂ ਤਾਂ ਫਿਰ ਗੱਲ ਤਾਂ ਉਧਰ ਨੂੰ ਜਾਏਗੀ ਨਾ। ਨਹੀਂ, ਉਹ ਹੈਗਾ ਓਬੀਸੀ ਦੀ ਜਿਹੜੀ ਭੂਮਿਕਾ ਰਹੀ ਆ ਜਾਂ ਪਿਛਲੇ ਇਤਿਹਾਸ ਦੇ ਪਿਛਲੇ ਪੰਨਿਆਂ ਦੇ ਵਿੱਚ ਉਹਨਾਂ ਨੇ ਕਿੱਦਾਂ ਦੀ ਭੂਮਿਕਾ ਨਿਭਾਈ ਆ, ਇਹ ਸਾਨੂੰ ਐਨਾਲਿਸਿਸ ਕਰਨ ਦੇ ਵਿੱਚ ਹੈਲਪ ਤਾਂ ਕਰਦਾ ਆ। ਜਿਹੜੀ ਉਹ ਮਤਲਬ ਮਿਡਲ ਕਲਾਸ ਦੇ ਨਾਲ ਰਲ ਕੇ ਓਬੀਸੀ ਕਲਾਸ ਜਿਹੜੀਆਂ ਹੈਗੀਆਂ ਉਹ ਕਿੱਦਾਂ ਰਿਐਕਟ ਕਰਦੀਆਂ ਜਦੋਂ ਕੋਈ ਮੋੜ ਆਉਂਦਾ ਆ, ਉਹ ਹੈ ਇਹ ਤੁਹਾਡਾ ਜਿਹੜਾ ਤੁਸੀਂ ਮਿਸਾਲ ਦਿੱਤੀ ਆ। ਲੇਕਿਨ ਪਿਛਲੇ ਸਾਲਾਂ ਦੇ ਵਿੱਚ ਆਹ ਮੋਦੀ ਸਰਕਾਰ ਦੇ ਦੌਰ ਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਵਾਪਰੀਆਂ, ਨਵੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦਾ ਸੋਸ਼ਲ ਇੰਪੈਕਟ ਬਹੁਤ ਹੈਗਾ ਆ, ਜਿਨ੍ਹਾਂ ਦਾ ਇਕਨੋਮਿਕ ਇੰਪੈਕਟ ਬਹੁਤ ਹੈਗਾ, ਲੋਕਾਂ ਦੇ ਖਾਣ ਪੀਣ ਦੇ ਨਾਲ, ਪਹਿਨਣ ਦੇ ਨਾਲ, ਲੋਕਾਂ ਦੀ ਜ਼ਿੰਦਗੀ ਦੇ ਨਾਲ ਸਿੱਧੀਆਂ ਜਿਹੜੀਆਂ ਤਾਲੁਕ ਰੱਖਣ ਵਾਲੇ ਫੈਕਟਰ ਹੈਗੇ ਆ, ਉਹ ਜਦੋਂ ਵਿੱਚ ਆ ਗਏ ਆ, ਭਾਰੂ ਹੋ ਗਏ ਆ, ਤਾਂ ਲੋਕ ਉਹਦੇ ਨਾਲ ਵੀ ਸੋਚਦੇ। ਦੂਸਰਾ ਇਹ ਆ ਕਿ ਜਿੱਦਾਂ ਹੁਣ ਉਹ ਸਲੋਗਨ ਲਗਾ ਕੇ ਨਿਕਲੀ ਆ ਕਾਂਗਰਸ ਕੇ ਜੀ ਨਫ਼ਰਤ ਦੀ ਤੇ ਜਿਹੜੀ ਵੰਡ ਦੀ ਨੀਤੀ ਆ, ਨਫ਼ਰਤ ਤੇ ਡਰ, ਨਫ਼ਰਤ ਤੇ ਡਰ ਆ ਜਿਹੜਾ, ਉਹਦੇ ਖਿਲਾਫ ਅਸੀਂ ਜਿਹੜਾ ਨਾ ਲੋਕਾਂ ਨੂੰ ਲਾਮਬੰਦ ਕਰਨਾ, ਭਾਰਤ ਇੱਕ ਕਰਨਾ, ਨਫ਼ਰਤ ਨੂੰ ਹਟਾਉਣਾ ਵਗੈਰਾ ਵਗੈਰਾ, ਉਹ ਭਾਵਨਾ ਜਿਹੜੀ ਆ। ਤੇ ਦੂਸਰਾ ਇਹ ਆ ਕਿ ਸਾਡੇ ਜਿਹੜੇ ਡੈਮੋਕ੍ਰੈਟਿਕ ਰਾਈਟਸ ਹੈਗੇ ਆ ਉਹ ਖਤਰੇ 'ਚ ਨੇ। ਇਹ ਸਾਰੀਆਂ ਚੀਜ਼ਾਂ ਜਦੋਂ ਰਲ ਕੇ ਮਿਕਸਅਪ ਹੋ ਕੇ ਸਾਹਮਣੇ ਆਈਆਂ ਤਾਂ ਇਹ ਹੁੰਦਾ ਕਿ ਵੀ ਮੇਨ ਕਿਹੜੀ ਆ, ਬੇਰੁਜ਼ਗਾਰੀ ਆ ਕਿ ਮਹਿੰਗਾਈ ਆ, ਸਿਲੰਡਰ ਨਹੀਂ ਮਿਲਦਾ, ਹਨਾ, ਇਸ ਤਰ੍ਹਾਂ ਉਹ ਤੋਂ ਹਟ ਪਰ ਕੇ ਕਹਿੰਦਾ ਹੋ ਜੀ ਜਾਂਦਾ ਇੱਥੇ ਕਿ ਇੱਕ ਗੱਲ ਸਾਡੇ ਇਹ ਜੀ ਕਰੋ, ਗੱਲ ਪੂਰੀ ਕਰੋ। ਹਾਂ ਬਈ ਸਾਡੇ ਜਿਹੜੇ ਨਾ ਜਮਹੂਰੀ ਹੱਕ ਆ ਜਿਹੜਾ ਸਾਡਾ ਬੋਲਣ ਦਾ, ਸਾਡੀਆਂ ਮੰਗਾਂ ਨੂੰ ਉਠਾਉਣ ਦਾ, ਸਾਨੂੰ ਸੜਕ ਤੇ ਆ ਕੇ ਆਪਣੇ ਆਪ ਨੂੰ ਦੱਸਣ ਦਾ ਕਿ ਬਈ ਇਹ ਸਾਡੇ ਮਸਲੇ ਜਿਹੜੇ ਆ ਨਾ ਉਹ ਸਰਕਾਰ ਹੱਲ ਕਰੇ, ਜਿਹੜਾ ਕਿ ਡੈਮੋਕ੍ਰੈਟਿਕ ਉਹਨਾਂ ਦਾ ਰਾਈਟ ਹੈਗਾ। ਇਸੇ ਤਰ੍ਹਾਂ ਹੀ ਪਾਰਲੀਮੈਂਟ ਦੇ ਅੰਦਰ ਵੀ ਹੈ ਨਾ, ਫਿਰ ਉਹ ਇਹ ਨਤੀਜਾ ਇਹ ਨਿਕਲਦਾ ਹੈਗਾ ਕਿ ਇਹ ਸਰਕਾਰ ਨੂੰ ਬਦਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਕੀ ਸਰਕਾਰ ਬਦਲਦੀ ਆ, ਹਨਾ, ਜਦੋਂ ਇਹ ਸਾਹਮਣੇ ਆਉਂਦੀ ਆ ਫਿਰ ਉਹ ਏਦਾਂ ਦੀਆਂ ਚੀਜ਼ਾਂ ਜਿਹੜੀ ਨਾ ਕਾਟ ਨਹੀਂ ਚਾਹਨਾ ਕਰਦੀਆਂ ਜੀ, ਜਿਹਨਾਂ 'ਚ ਪੋਸਟੇ ਵੀ ਇਹ ਸ਼ਾਮਲ ਆ। ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕਹੀ ਹੈ, ਪਰ ਅਸੀਂ ਦੇਖਦੇ ਹਾਂ ਕਿ ਜਿੱਥੇ ਜਿਹੜੀ ਭਾਰਤ ਜੋੜੋ ਯਾਤਰਾ ਹੈ ਜਾਂ ਰਾਹੁਲ ਗਾਂਧੀ ਜਾਂ ਕਾਂਗਰਸ ਜਿਹੜੇ ਹੈ ਜਾਂ ਉਹਦੇ ਨਾਲ ਜਿਹੜੇ ਸਿਵਲ ਸੁਸਾਇਟੀ ਦੇ ਗਰੁੱਪ ਚੱਲ ਰਿਹਾ, ਉਹ ਤਾਂ ਉਹਨਾਂ ਬੁਨਿਆਦੀ ਮੁੱਦਿਆਂ ਤੇ ਜਿਹੜੇ ਜ਼ਮੀਨੀ ਹਕੀਕਤਾਂ, ਜਿਹੜੀ ਬੇਰੁਜ਼ਗਾਰੀ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਮਹਿੰਗਾਈ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ ਅਰਥ ਵਿਵਸਥਾ ਨਾਲ ਮਾੜੀ ਹਾਲਤ ਨਾਲ ਲੋਕ ਗਰੀਬੀ 'ਚ ਧੱਕੇ ਦੇ ਜਾ ਰਹੇ ਆ, ਉਹ ਸਾਰੇ ਦੀ ਗੱਲ ਕਰ ਰਹੇ। ਤਾਂ ਉੱਥੇ ਭਾਰਤੀ ਜਨਤਾ ਪਾਰਟੀ ਰਾਹੁਲ ਗਾਂਧੀ ਦੀ ਟੀ-ਸ਼ਰਟ ਦੀ ਗੱਲ ਕਰ ਰਹੀ ਹੈ, ਜਦੋਂ ਕਿ ਨਰਿੰਦਰ ਮੋਦੀ ਹੋਣੀ ਆਪ, ਅਮਿਤ ਸ਼ਾਹ ਹੋਣੀ ਆਪ, ਉਹਨਾਂ ਦੇ ਸਾਰੇ ਹੀ ਲੀਡਰ ਬਹੁਤ ਮਹਿੰਗੇ ਕੱਪੜੇ ਪਾਉਂਦੇ ਆ। ਤਾਂ ਉਹ ਕਿਸ ਢੰਗ ਨਾਲ ਲੱਗਦਾ ਨਹੀਂ ਕਿ ਕਿਸ ਤਰ੍ਹਾਂ ਜਨਤਾ ਦਾ ਧਿਆਨ ਉਹਨਾਂ ਦੇ ਮੁੱਦਿਆਂ ਤੋਂ ਪਾਸੇ ਲਿਜਾ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਹੋਰ ਪਾਸੇ ਲਿਜਾਣਾ ਚਾਹੁੰਦੀ ਹੈ। ਇਹ ਪਾਸੇ ਲਿਜਾਣ ਵਾਲਾ ਮਸਲਾ ਹੀ ਨਹੀਂ ਹੈਗਾ। ਬੀਜੇਪੀ ਦੇ ਲੀਡਰਾਂ ਨੇ ਇਹੋ ਜਿਹਾ ਬਿਆਨ ਦੇ ਕੇ ਜਾਂ ਇਹਨੂੰ ਚਰਚਾ ਵਿੱਚ ਲਿਆ ਕੇ ਨਾ ਇਹ ਆਪਣਾ ਹੀ ਜਲੂਸ ਕੱਢਿਆ ਆ। ਇਹਦਾ ਕੋਈ ਅਸਰ ਨਹੀਂ ਹੈ ਲੋਕਾਂ ਤੇ। ਉਹ ਇਹ ਸਮਝਦੇ ਕਿ ਗੱਲ ਕੋਈ ਕਹਿਣ ਨੂੰ ਹੈ ਨਹੀਂ, ਹੁਣ ਜੋ ਮਰਜ਼ੀ ਕਹਿ ਦਿਓ, ਹਨਾ। ਇਹ ਇਸ ਦੇਸ਼ ਦੇ ਲੋਕ ਹੈ ਜਿਹੜੇ ਨਾ ਇੰਨੇ ਨਹੀਂ ਹੈ ਬੁੱਧੂ ਕਿ ਵੀ ਉਹ ਵੱਡੇ ਮਸਲਿਆਂ ਨੂੰ ਔਰ ਡੈਮੋਕ੍ਰੈਟਿਕ ਕਨਸਟੀਟਿਊਸ਼ਨ ਵਰਗੇ ਵੱਡੇ ਮਸਲਿਆਂ ਨੂੰ, ਬੇਰੁਜ਼ਗਾਰੀ ਵਰਗੇ ਤਾਂ ਮਹਿੰਗਾਈ ਵਰਗੇ ਮੁੱਦਿਆਂ ਨੂੰ ਲੈ ਕੇ ਉਹ ਇਸ ਗੱਲ ਤੇ ਚਰਚਾ ਕਰਨੀ ਸ਼ੁਰੂ ਕਰ ਦੇਣਗੇ ਕਿ ਜੀ ਕਮੀਜ਼ ਕਿੰਨੇ ਦੀ ਪਾਈ ਹੋਈ ਆ, ਹਨਾ। ਉਹਦਾ ਇੱਕ ਹੀ ਕਾਫੀ ਸੀਗਾ, ਉਹਨਾਂ ਨੇ ਜਵਾਬ ਦੇ ਦਿੱਤਾ, ਉਹਨਾਂ ਨੇ ਲਿਆ ਕੇ ਪੇਸ਼ ਵੀ ਕਰ ਦਿੱਤਾ ਕਿ ਜੀ ਉਹ ਸੂਟ ਦਾ ਕੀ ਬਣਿਆ ਜਿਹੜਾ ਕਰੋੜਾਂ ਦਾ ਵਿਕਿਆ ਸੀ, ਵਗੈਰਾ ਵਗੈਰਾ। ਇਸ ਕਰਕੇ ਕਿ ਇਹਨਾਂ ਕੋਲ ਕੋਈ ਜਿਹੜੇ ਮਸਲੇ ਉਠਾਏ ਜਾ ਰਹੇ ਆ, ਇਹ ਮਸਲਾ ਉਠਾ ਕੇ ਕਮੀਜ਼ ਦਾ, ਸ਼ਰਟ ਦਾ ਮਸਲਾ ਉਠਾ ਕੇ ਇਹ ਤਸਦੀਕ ਕਰ ਦਿੱਤਾ ਕਿ ਉਹਨਾਂ ਕੋਲ ਇਹਨਾਂ ਮਸਲਿਆਂ ਦਾ, ਸਵਾਲਾਂ ਦਾ ਜਵਾਬ ਕੋਈ ਨਹੀਂ। ਠੀਕ ਹੈ, ਇਹ ਤੋਂ ਵੱਡਾ ਇਹਦਾ ਕੋਈ ਅਸਰ ਨਹੀਂ ਹੈਗਾ। ਔਰ ਜਿਉਂ ਹੋਏ ਅੱਗੇ ਵਧਣਗੇ ਲੋਕ, ਹੈ ਨਾ। ਦੂਸਰਾ ਇਹ ਆ ਕਿ ਤੁਸੀਂ ਦੇਖ ਰਹੇ ਹੋਣੇ ਆ, ਮੈਂ ਵੀ ਦੇਖ ਰਿਹਾ ਸੀ ਧਿਆਨ ਦੇ ਨਾਲ ਕਿ ਜਿਹੜੇ ਲੋਕ ਕੀ ਕਹਿੰਦੇ ਆ, ਹਨਾ। ਲੋਕ ਫਾਈਨਲ ਕਨਕਲੂਜਨ ਤੇ ਪਹੁੰਚੇ ਹੋਏ ਆ ਆਫੀਸ਼ੀਅਲੀ, ਭਾਵੇਂ ਇਹ ਹੋਵੇ ਕਿ ਜੀ ਇਹ ਮਸਲੇ ਆ,
ਲੋਕਾਂ ਦੇ ਮਸਲੇ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਤੇ ਨਫ਼ਰਤ ਤੇ ਡਰ ਦੀ ਭਾਵਨਾ ਤੋਂ ਬਾਹਰ ਕੱਢਣ ਲਈ ਚੱਲੇ ਆ ਤੇ ਨਾਲ ਦੂਜੇ ਬੇਰੁਜ਼ਗਾਰ ਜੇ ਉਹਨਾਂ ਨੂੰ ਉਹ ਛੱਡ ਕੇ ਲੋਕ ਕੀ ਚਾਹੁੰਦੇ ਆ ਹੁਣ? ਉਹ ਕਹਿੰਦੇ ਕਿ ਕਿੱਦਾਂ ਨਿਕਲੇਗਾ ਇਹ ਦੇਸ਼ ਡਰ ਦੀ ਭਾਵਨਾ ਦੇ ਵਿੱਚੋਂ, ਕਿੱਦਾਂ ਨਿਕਲੇਗਾ ਇਹ ਦੇਸ਼ ਜਿਹੜਾ ਨਫ਼ਰਤ ਦੀ ਭਾਵਨਾ ਦੇ ਵਿੱਚੋਂ। ਉਹ ਫਿਰ ਉਹਨਾਂ ਦਾ ਜਿਹੜਾ ਰਿਜ਼ਲਟ ਕੱਢਿਆ ਉਹ ਆਹੀ ਆ ਜਿਹੜਾ ਸਲੋਗਨ ਲਾ ਦਿੱਤਾ ਉਹਨਾਂ ਨੇ ਯੂਪੀ ਦੇ ਵਿੱਚ, ਹਨਾ। ਸੋ ਇਸ ਕਰਕੇ ਅਸੀਂ ਜਦੋਂ ਇਹ ਸ਼ੁਰੂ ਹੋ ਗਿਆ ਕੰਮ ਤੇ ਉੱਪਰ ਜਿਸ ਤਰ੍ਹਾਂ ਦੀ ਜੋੜ ਤੋੜ ਸ਼ੁਰੂ ਹੋਈ ਆ, ਤੁਸੀਂ ਇਹ ਦੇਖਿਆ ਹੋਣਾ ਕਿ ਜਿਹੜੇ ਇਹਦੇ ਸੂਤਰਧਾਰ ਹੈ ਨਾ, ਸੂਤਰਧਾਰ ਜੀ, ਤੁਸੀਂ ਜੋੜ ਤੋੜ ਦੀ ਗੱਲ ਕੀਤੀ ਹੈ, ਜੋੜ ਤੋੜ ਤਾਂ ਅਜੇ ਉਦੋਂ ਹੋਰ ਵੀ ਤੇਜ਼ੀ ਆਉਣੀ ਹੈ। ਇੱਕ ਪਾਸੇ ਤਾਂ ਜਿੱਥੇ ਪਹਿਲਾਂ ਕੱਲੇ ਜਿਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਨਤੀਸ਼ ਕੁਮਾਰ ਹੁਣੀ ਲੱਗੇ ਆ, ਹੁਣ ਜਿਸ ਤਰ੍ਹਾਂ ਨਾਲ ਯੈਚਰੀ ਔਰ ਸ਼ਰਦ ਪਵਾਰ ਜਿਹੜੇ ਆ ਉਹਨਾਂ ਨੇ ਵੀ ਇਹ ਕੰਮ ਨੂੰ ਸੰਭਾਲ ਲਿਆ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਅਜੇ ਜਿਹੜੀ ਕਾਂਗਰਸ ਦੀ ਐਕਟਿੰਗ ਪ੍ਰਧਾਨ ਹੈਗੀ ਹੈ ਸੋਨੀਆ ਗਾਂਧੀ, ਉਹ ਤਾਂ ਅਜੇ ਇੱਥੇ ਨਹੀਂ, ਜਿਨ੍ਹਾਂ ਨੂੰ ਆਣ ਕੇ ਜਿਸ ਤਰ੍ਹਾਂ ਨਤੀਸ਼ ਕੁਮਾਰ ਹੋਣਾ ਨੇ ਕਿਹਾ ਹੈ ਕਿ ਉਹ ਆਣ ਕੇ ਜਦੋਂ ਸੋਨੀਆ ਗਾਂਧੀ ਆਈ ਉਹਨਾਂ ਨੂੰ ਮਿਲਣਗੇ, ਫਿਰ ਸ਼ਰਦ ਪਵਾਰ ਹੋਣੀ, ਉਹਨਾਂ ਦੇ ਆਉਣ ਤੋਂ ਬਾਅਦ ਮੈਨੂੰ ਲੱਗਦਾ ਕਿ ਸਰਗਰਮੀਆਂ ਇਹ ਹੋਰ ਵੀ ਵੱਧ ਤੇਜ਼ ਹੋ ਜਾਣਗੀਆਂ। ਇਹ ਦੇਖੋ ਆਮ ਤੌਰ ਤੇ ਹੁੰਦਾ ਹੈ ਕਿ ਕਾਫੀ ਟਾਈਮ ਲੱਗਦਾ ਹੁੰਦਾ ਹਰ ਚੀਜ਼ ਨੂੰ ਸਰਫਸ ਤੇ ਆਉਣ ਦੇ ਲਈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਤਹਿ ਦੇ ਹੇਠਾਂ ਵਾਪਰ ਰਹੀਆਂ ਹੁੰਦੀਆਂ, ਲੇਕਿਨ ਇਸ ਵਾਰ ਇਹ ਹੋ ਰਿਹਾ ਕਿ ਫਟਾਫਟ ਜੋ ਕੁਝ ਹੇਠਾਂ ਅੰਡਰ ਕਰੰਟ ਹੋ ਰਿਹਾ ਨਾ ਉਹ ਸਰਫਸ ਤੇ ਆ ਰਿਹਾ ਹੈ। ਹੁਣ ਇਹ ਅਲਟੀਮੇਟਲੀ ਤੁਹਾਨੂੰ ਆਉਣ ਦੇ ਦਿਨਾਂ 'ਚ ਵੀ ਲੱਗਣਾ ਸ਼ੁਰੂ ਹੋ ਜਾਏਗਾ ਕਿ ਅਸਲ ਦੇ ਵਿੱਚ ਸ਼ਰਦ ਪਵਾਰ ਹੈ ਨਾ, ਸ਼ਾਇਦ ਉਹ ਸੂਤਰਧਾਰ ਹੈ ਸਾਰੇ ਕੁਝ ਦਾ, ਹਨਾ। ਤੇ ਜਾਂ ਉਹਦੇ ਨਾਲ ਕੋਈ ਹੋਰ ਰਲ ਕੇ ਨਤੀਸ਼ ਕੁਮਾਰ ਨੂੰ ਇੱਕ ਪੋਲੀਟੀਕਲ ਲੀਡਰ ਦੇ ਤੌਰ ਦੇ ਉੱਤੇ ਮੂਵ ਕਰਨ ਦੇ ਉੱਤੇ, ਮੀਟਿੰਗਾਂ ਕਰਨ ਦੇ ਉੱਤੇ ਉਹ ਲੱਗੇ ਹੋਏ ਨੇ। ਸਾਰਿਆਂ ਨਾਲ ਰਾਬਤਾ ਵੀ ਹੈਗਾ ਨਾ ਜੀ, ਰਾਬਤਾ ਹੈਗਾ ਤੇ ਉਹ ਸਟ੍ਰੈਟਜੀ ਕਿਵੇਂ ਤਿਆਰ ਹੋ ਰਹੀ ਆ, ਪਹਿਲਾ ਸਟੈਪ ਕਿੱਥੋਂ ਲੈਣਾ ਹੈਗਾ ਤੇ ਕਿਸ ਪਾਸੇ ਕਿਸ ਦਿਸ਼ਾ ਵਿੱਚ ਲੈ ਕੇ ਜਾਣਾ ਹੈਗਾ, ਉਹਦਾ ਲੱਗਦਾ ਹੈ ਕਿ ਇੱਕ ਇਹਨਾਂ ਦਾ ਵੈਲ ਨੈਟ ਜਿਹੜਾ ਨਾ ਇੱਕ ਤਾਣਾ ਬਾਣਾ ਉਹ ਡਿਵੈਲਪ ਹੋ ਚੁੱਕਾ ਹੈ ਆਲਰੇਡੀ, ਜਿਹੜਾ ਆਪਸ ਵਿੱਚ ਮਿਲ ਕੇ ਜਾਂ ਤਾਲਮੇਲ ਦੇ ਨਾਲ ਕੰਮ ਚਲਾ ਰਹੇ ਆ। ਔਰ ਇਸ ਕਰਕੇ ਉਹ ਹੌਲੀ ਹੌਲੀ ਜਦੋਂ ਸਾਹਮਣੇ ਉਹਨਾਂ ਦੀ ਆਪਣੀ ਤਾਕਤ ਕਿੰਨੀ ਆ ਇਹਨੂੰ ਛੱਡ ਦਿਓ ਕਿ ਸ਼ਰਦ ਪਵਾਰ ਜੀ ਦੀ ਆਪਣੀ ਤਾਕਤ ਕਿੰਨੀ ਆ, ਉਹ ਕਿੰਨੇ ਬੰਦੇ ਉੱਥੋਂ ਜਿਤਾ ਕੇ ਲਿਆ ਸਕਣਗੇ। ਜਾਂ ਜੈਚੁਰੀ ਦਾ ਤੁਸੀਂ ਨਾਂ ਲਿਆ ਹੈਗਾ ਕਿ ਉਹ ਕਿੰਨੇ ਲਿਆ, ਹੋਰ ਕੋ ਚਲੋ ਇੱਕ ਕੇਰਲਾ ਸਟੇਟ ਹੈਗੀ ਹੈ ਤਾਂ ਹੋਰ ਇੱਧਰੋਂ ਉੱਧਰੋਂ ਕੁਛ ਬੰਦੇ ਆ ਵੀ ਸਕਣਗੇ। ਲੇਕਿਨ ਇੱਕ ਸਟ੍ਰੈਟਜੀ ਪਲਾਨ ਕਰਨੀ ਤੇ ਉਹਦੇ ਉੱਤੇ ਸਾਰਿਆਂ ਨੂੰ ਇਕੱਠੇ ਇੱਕ ਪਲੇਟਫਾਰਮ ਤੇ ਲੈ ਕੇ ਆਉਣਾ, ਜਿਹੜੀ ਸੂਤਰਧਾਰ ਦਾ ਮੇਨ ਜਿਹੜਾ ਰੋਲ ਨਜ਼ਰ ਆ ਰਿਹਾ ਨਾ ਉਹ ਸ਼ਾਇਦ ਉਹਨਾਂ 'ਚ ਪ੍ਰਮੁੱਖ ਬੰਦਿਆਂ ਦੇ ਵਿੱਚੋਂ ਸ਼ਰਦ ਪਵਾਰ ਵੀ ਹੈਗੇ ਔਰ ਹੰਢੇ ਹੋਏ ਲੀਡਰ ਨੇ। ਇਹ ਚਾਹਨਾ ਜੀ ਕਿਤੇ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਇਹ ਪਹਿਲਾਂ ਜਿਹੜਾ ਗੱਠਜੋੜ ਦੀ ਗੱਲ ਹੋ ਰਹੀ ਸੀ ਕਿ ਚੋਣਾਂ ਤੋਂ ਪਹਿਲਾਂ ਗੱਠਜੋੜ ਹੋਵੇ, ਤਾਂ ਹੁਣ ਉਹ ਗੱਲ ਮੱਠੀ ਪੈ ਗਈ ਹੈ। ਹੁਣ ਇਹ ਹੈ ਕਿ ਚੋਣਾਂ ਤੋਂ ਬਾਅਦ ਗੱਠਜੋੜ ਹੋਵੇ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹ ਇਹ ਆ ਕਿ ਵੀ ਇਸ ਸਟੇਜ ਦੇ ਉੱਤੇ ਹਰ ਬੰਦੇ ਨੂੰ ਇਹ ਗੱਲ ਸਮਝ ਆਉਂਦੀ ਆ ਕਿ ਇਹਨਾਂ ਦਾ ਪ੍ਰੀ ਪੋਲ ਆ ਜਿਹੜਾ ਨਾ ਉਹ ਇਕੱਠੇ ਹੋਣਾ ਸ਼ਾਇਦ ਬਹੁਤਾ ਸੰਭਵ ਨਹੀਂ ਹੈ। ਹਰ ਪਾਰਟੀ ਦਾ ਕਿਤੇ ਨਾ ਕਿਤੇ ਪੌਕਟ ਹੈਗੇ ਆ ਔਰ ਉੱਥੇ ਉਹ ਕੰਮ ਕਰਦੀ ਆ ਔਰ ਉਹਨਾਂ ਨੂੰ ਇਹ ਵੀ ਆ ਕਿ ਸ਼ਾਇਦ ਸਾਡੀ ਉਹਨਾਂ ਦੀ ਤਾਕਤ, ਇਸ ਕਰਕੇ ਹੋਣਾ ਕੀ ਆ, ਹੋਣਾ ਇਸ ਅਲਟੀਮੇਟਲੀ ਇਹ ਹੋਣਾ ਆ ਕਿ ਜਿੱਥੇ ਜਿਹੜੀ ਸਟੇਟ ਦੇ ਵਿੱਚ ਜਿਹੜੀ ਫੋਰਸ ਦੀ ਜਿਹੜੀ ਮੇਨ ਫੋਰਸ ਹੈਗੀ ਆ ਉਹਦੇ ਨਾਲ ਯੂਨਾਈਟ ਹੋ ਕੇ ਚੱਲਣਾ ਪੈਣਾ ਇਹਨਾਂ ਨੂੰ ਸਟੇਟ ਵਾਈਜ਼। ਔਰ ਉਸ ਤੋਂ ਬਾਅਦ ਜਿਹੜੀ ਕਿਉਂਕਿ ਅਜੇ ਟਾਈਮ ਬੜਾ ਪਿਆ ਆ, ਹਰ ਪਾਰਟੀ ਨੇ ਜ਼ੋਰ ਲਾਉਣਾ ਕਿ ਉਹਦੀ ਤਾਕਤ ਹੋਰ ਵਧੇ, ਉਹ ਐਕਸ਼ਨ ਵੀ ਕਰਨਗੇ ਆਪਣੀ ਤਾਕਤ ਵਧਾਉਣ ਦੇ ਲਈ। ਔਰ ਉਹ ਕਿੰਨਾ ਹੁੰਦਾ, ਦੂਜਾ ਇਹ ਆ ਕਿ ਕੁਝ ਟੈਸਟ ਐਸੇ ਆ ਰਹੇ ਆ ਅਗਲੇ ਆਉਣ ਵਾਲੇ ਸਮੇਂ 'ਚ, ਗੁਜਰਾਤ ਵੀ ਟੈਸਟ ਤੇ ਲੱਗਾ ਹੋਇਆ ਨਾ, ਔਰ ਹਿਮਾਚਲ ਗੁਜਰਾਤ ਮੇਨ ਤੌਰ ਤੇ ਜੇ ਇਹਨਾਂ ਨੂੰ ਗੱਲ ਇਹ ਸਮਝ ਆ ਜਾਂਦੀ ਆ ਠੀਕ ਤਰ੍ਹਾਂ ਤਾਂ ਫਿਰ ਇਹ ਗੁਜਰਾਤ ਕੱਲਾ ਹੀ ਕਾਫੀ ਆ ਜੇ ਉੱਥੇ ਇਹ ਕੋਈ ਚਮਤਕਾਰ ਕਰਨ ਦੇ ਸਮਰੱਥ ਹੋ ਗਏ। ਸਾਰੇ ਹਿੰਦੁਸਤਾਨ ਦੀ ਜਿਹੜੀ ਨਾ ਭਾਰਤ ਦੀ ਜਿਹੜੀ ਆ ਉਹ ਸਾਰੀ ਹਵਾ ਬਦਲ ਜਾਏਗੀ ਜੇ ਗੁਜਰਾਤ ਦੇ ਵਿੱਚ ਬਾਈ ਚਾਂਸ ਇਹਨਾਂ ਨੇ ਕੋਈ ਮੋਰਚਾ ਮਾਰ ਲਿਆ। ਹੁਣ ਉੱਥੇ ਕੀ ਆ, ਉੱਥੇ ਹੁਣ ਸਾਹਮਣੇ ਕੀ ਆ ਰਿਹਾ ਕਿ ਆਮ ਆਦਮੀ ਪਾਰਟੀ ਵੀ ਜ਼ੋਰ ਸ਼ੋਰ ਨਾਲ ਲੱਗੀ ਹੋਈ ਆ, ਉਹਦੇ ਵੀ ਇਕੱਠ ਵੱਡੇ ਹੋ ਰਹੇ ਆ, ਹਨਾ। ਔਰ ਕਲੇਮ ਕਰਦੀ ਜਿਹੜੀ ਸੈਕੰਡ ਪਾਰਟੀ ਰਹੀ ਆ ਉਹ ਕਾਂਗਰਸ ਵੀ ਹੋ ਰਹੀ ਆ। ਹੁਣ ਜੇ ਇਸ ਗੱਲ ਤੇ ਅੜੇ ਵੀ ਤੂੰ ਆਮ ਆਦਮੀ ਪਾਰਟੀ ਦੀ ਜ਼ਿਆਦਾ ਤਾਕਤ ਹੈ ਕਿ ਕਾਂਗਰਸ ਦੀ ਤਾਕਤ ਜ਼ਿਆਦਾ ਹੈਗੀ ਹੈ, ਜੇ ਤਾਂ ਇਸੇ ਦੇ ਵਿੱਚ ਇਹ ਲੜ ਗਏ ਤਾਂ ਫਿਰ ਜਿਹੜਾ ਖਾਮਖਾ ਅੜੇਗਾ ਆਪਣੀ ਪੋਜੀਸ਼ਨ ਦੇ ਉੱਤੇ ਉਹ ਇਨ ਡਿਸਗਾਈਜ਼ ਜਾਣੀ ਪਰਦੇ ਦੇ ਪਿੱਛੇ ਉਹ ਸਾਬਤ ਹੋਏਗਾ ਕਿ ਇਸ ਨੇ ਹੈਲਪ ਕੀਤੀ ਆ ਦੁਬਾਰਾ ਫਿਰ ਬੀਜੇਪੀ ਨੂੰ ਪਾਵਰ ਦੇ ਵਿੱਚ ਆਉਣ ਦੇ ਲਈ।
ਔਰ ਇਹ ਹੁਣ ਇਸ ਸਟੇਜ ਤੇ ਨੈਸ਼ਨਲ ਪੋਲਿਟਿਕਸ ਨੂੰ ਸਾਹਮਣੇ ਰੱਖਦੇ ਹੋਇਆਂ ਡਿਮਾਂਡ ਕੀ ਕਰਦਾ ਆ ਕਿ ਆਮ ਆਦਮੀ ਪਾਰਟੀ ਵੀ ਤੇ ਕਾਂਗਰਸ ਵੀ ਗੁਜਰਾਤ ਦੇ ਵਿੱਚ ਲੈ ਦੇ ਕਰਕੇ ਸਾਂਝੇ ਲੜਨ, ਹਨਾ। ਫਿਰ ਉੱਥੋਂ ਰਿਜ਼ਲਟ ਜਿਹੜਾ ਨਿਕਲੇਗਾ ਉਹ ਫੈਸਲਾ ਕਰ ਦੇਗਾ ਉਸੇ ਦਿਨ ਹੀ ਦਿੱਲੀ ਦਾ ਕਿ ਦਿੱਲੀ 'ਚ ਸਰਕਾਰ ਕਿਹੋ ਜਿਹੀ ਬਣਨੀ ਆ। ਔਰ ਇਸ ਤਰ੍ਹਾਂ ਦੀਆਂ ਸਟ੍ਰੈਟਜੀਜ਼ ਦੇ ਵਿੱਚੋਂ ਦੀ ਇਹਨਾਂ ਨੂੰ ਲੰਘਣਾ ਪੈਣਾ ਆ। ਔਰ ਉਹ ਅਮਲ ਦੇ ਵਿੱਚੋਂ ਕਿਤੇ ਥੋੜਾ ਝਟਕਾ ਵੀ ਲੱਗੇਗਾ, ਕਿਤੇ ਕਿਤੇ ਅੱਛੇ ਰਿਜ਼ਲਟ ਵੀ ਨਿਕਲਣਗੇ। ਲੇਕਿਨ ਟਾਈਮ ਜਿੰਨਾ ਪਿਆ ਹੈਗਾ ਆ, ਜਿਸ ਤਰ੍ਹਾਂ ਇਹ ਚੱਲ ਪਏ ਆ ਕਿ ਵੀ ਲੋਕਾਂ ਨੂੰ ਜਨਤਕ ਨੂੰ ਜਥੇਬੰਦ ਕਰਕੇ ਉਹਨਾਂ ਨੂੰ ਮੋਬਿਲਾਈਜ਼ ਕਰਕੇ ਜਿਹੜਾ ਨਾ ਉਹ ਲਿਆਂਦਾ ਜਾਏ, ਉਹਨਾਂ ਨੂੰ ਪੋਲੀਟੀਕਲੀ ਉਹ ਜਿਉਂ-ਜਿਉਂ ਚੱਲਣਗੇ ਤਿਉਂ-ਤਿਉਂ ਉਹਨਾਂ ਦੀ ਪੋਲੀਟੀਕਲ ਕੌਨਸ਼ੀਅਸਨੈਸ ਹੈ ਜਿਹੜੀ ਨਾ ਉਹ ਨਿਖਰੇਗੀ ਔਰ ਉਹਨਾਂ ਦੀ ਸ਼ਕਤੀ ਵਧੇਗੀ। ਜਿੱਦਾਂ-ਜਿੱਦਾਂ ਜ਼ਿਆਦਾ ਕੌਨਸ਼ੀਅਸਨੈਸ ਕਲੀਅਰ ਹੁੰਦੀ ਆ, ਉੱਦਾਂ-ਉੱਦਾਂ ਜਿਹੜੀ ਨਾ ਪਾਵਰ 'ਚ ਵਾਧਾ ਹੁੰਦਾ ਆ। ਸੋ ਇਸ ਕਰਕੇ ਉਹਨਾਂ ਦੀ ਪਾਵਰ ਵੀ ਵਧੇਗੀ। ਜੀ, ਇਹ ਕਹਿੰਦੇ ਹੈ ਗੱਲ। ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਤੇ ਆਖਰੀ ਇੱਕ ਸਵਾਲ, ਤੁਹਾਨੂੰ ਇਹ ਲੱਗਦਾ ਨਹੀਂ ਹੈ ਕਿ ਜਿਸ ਤਰ੍ਹਾਂ ਇਹ ਸਾਰੀ ਸਥਿਤੀ ਬਣ ਰਹੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਮੋਦੀ ਉਹਨਾਂ ਨੂੰ ਲੱਗਦਾ ਸੀਗਾ ਕਿ 2024 ਤਾਂ ਬੜਾ ਆਸਾਨ ਹੈ, ਅਸੀਂ ਜਿੱਤੇ ਹੀ ਪਏ ਹਾਂ, ਤੇ ਹੁਣ ਲੱਗਦਾ ਨਹੀਂ ਕਿ ਜਿਹੜੀ 2024 ਦੀ ਚੜ੍ਹਾਈ ਆ ਮੋਦੀ ਲਈ ਔਖੀ ਹੋ ਗਈ? ਨਹੀਂ, ਉਹਨਾਂ ਨੂੰ ਇਹ ਨਹੀਂ ਸੀ ਲੱਗਦਾ ਕਿ ਅਸੀਂ ਜਿੱਤੇ ਹੀ ਪਏ ਹਾਂ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਆਪੋਜੀਸ਼ਨ ਹੈ ਹੀ ਨਹੀਂ। ਜਿੱਥੇ ਕਿਤੇ ਵੀ ਹੈਗੀ ਆ ਉਹਨਾਂ ਨੂੰ ਅਸੀਂ ਖਦੇੜ ਦੇਣਾ ਆ। ਮਹਾਰਾਸ਼ਟਰ 'ਚ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ, ਬੜਾ ਕਾਮਯਾਬ ਰਿਹਾ, ਹਨਾ। ਔਰ ਦੂਸਰੇ ਪਾਸੇ ਉਹ ਥੋੜੇ ਦਿਨਾਂ ਬਾਅਦ ਹੀ ਜਿਹੜੀ ਨਾ ਗੱਲ ਉਲਟੀ ਹੋ ਗਈ, ਹਨਾ। ਅਸਲ ਵਿੱਚ ਲੋਕਾਂ ਦੇ ਮਨਾਂ 'ਚ ਕੀ ਚੱਲ ਰਿਹਾ ਡਿਸਾਈਡ ਉਹ ਕਰਦਾ ਹੁੰਦਾ ਹੈ। ਉਹ ਉੱਪਰਲੀ ਗਿਣਤੀ ਮਿਣਤੀ ਡਿਸਾਈਡ ਉਸ ਸਟੇਜ ਤੇ ਜਾ ਕੇ ਨਹੀਂ ਕਰਦੀ, ਕਿਉਂਕਿ ਜਦੋਂ ਇਹ ਗਣਤੰਤਰ ਹੈ ਤਾਂ ਫੈਸਲਾ ਫਿਰ ਲੋਕਾਂ ਨੇ ਕਰਨਾ ਹੈ। ਔਰ ਜੇ ਇਹਨਾਂ 'ਚ ਜਾਨ ਨਾ ਪੈਂਦੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਤੇ ਬੜੀ ਆਸਾਨੀ ਦੇ ਨਾਲ ਉਹ 2024 ਦੀ ਜਿਹੜੀ ਇਲੈਕਸ਼ਨ ਜਿੱਤੇ ਹੋਏ ਸੀਗੇ। ਅੱਜ ਵੀ ਜਿੱਤੇ ਹੋਏ ਸੀ, ਉਸ ਦਿਨ ਵੀ ਜਿੱਤੇ ਹੋਏ ਸੀਗੇ। ਜਦੋਂ ਹੁਣ ਇਹਨਾਂ 'ਚ ਜਾਨ ਪੈ ਗਈ ਆ, ਲੋਕ ਕਹਿੰਦੇ ਕਿ ਹਾਂ ਠੀਕ ਹੈ, ਇਹਨਾਂ 'ਚ ਅਜੇ ਹੈਗੇ ਆ, ਇਹਨਾਂ ਦੀਆਂ ਲੱਤਾਂ 'ਚ ਕੋਈ ਥੋੜਾ ਜਿਹਾ ਜਾਨ ਹੈਗੀ ਆ, ਤਾਂ ਉਹਨਾਂ ਨੇ ਇਹਨਾਂ ਨੂੰ ਹੋਰ ਤਕੜੇ ਕਰ ਦੇਣਾ ਆ। ਔਰ ਉਹਦਾ ਮੁਜ਼ਾਹਰਾ ਹੋਣਾ ਸ਼ੁਰੂ ਹੋ ਗਿਆ ਹੈ ਸਾਊਥ ਦੇ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ, ਜਿੱਥੋਂ ਉਹ ਸ਼ੁਰੂ ਹੋਏ ਆ। ਉੱਪਰ ਜੋੜ ਤੋੜ ਹੋ ਰਹੀ ਆ, ਥੱਲੇ ਜਿਹੜੇ ਆ ਉਹ ਮਾਸ ਮੋਬਿਲਾਈਜੇਸ਼ਨ ਹੋ ਰਹੀ ਹੈ। ਸੋ ਇਸ ਕਰਕੇ ਇਹ ਹੋਰ ਤਕੜੇ ਹੋਣਗੇ। ਇਹਨਾਂ ਨੂੰ ਹੁੰਗਾਰਾ ਜਦੋਂ ਮਿਲਣਾ ਸ਼ੁਰੂ ਹੋਇਆ ਨਾ, ਲੋਕਾਂ ਨੇ ਬੈਠੇ ਥੋੜ੍ਹਾ ਰਹਿਣਾ ਕਿ ਵੀ ਅਸੀਂ ਘਰੇ ਬੈਠੇ ਰਹਿੰਦੇ ਹਾਂ। ਹੁਣ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਹਾਂ ਪੋਲੀਟੀਕਲ ਪਾਰਟੀਆਂ 'ਚ ਜਾਨ ਹੈਗੀ ਆ ਤਾਂ ਫਿਰ ਠੀਕ ਹੈ, ਇਹਨਾਂ ਨੂੰ ਤਕੜੇ ਕਰੋ ਕਿ ਜੀ ਆਹ ਕੰਮ ਕਰੋ। ਜਿਹੜਾ ਫੌਰੀ ਕਰਨ ਵਾਲਾ ਕੰਮ ਕੀ ਆ ਕਿ ਸਾਡੇ ਜਿਹੜੇ ਮੇਨ ਮਸਲੇ, ਜਿਉਂਦੇ ਰਹਿਣ ਦੇ ਮਸਲੇ, ਸਾਡੇ ਤਰੱਕੀ ਦੇ ਮਸਲੇ ਜਿਹੜੇ ਆ ਉਹ ਹੱਲ ਕੀਤੇ ਜਾਣ। ਉਹਦੇ ਲਈ ਹੱਲ ਕਰਨ ਦਾ ਤਰੀਕਾ ਕੀ ਆ, ਰਾਹ ਕੀ ਆ? ਰਾਹ ਇਹੀ ਆ ਕਿ ਸਿਸਟਮ 'ਚ ਤਬਦੀਲੀ ਲਿਆਂਦੀ ਜਾਵੇ, ਹਨਾ। ਤੇ ਇਸ ਕਰਕੇ ਇਹ ਜਿਹੜਾ ਨਾ ਹੋਣ ਵਾਲਾ ਆ, ਤੇ ਇਹ ਗੱਲ ਤੁਹਾਡੀ ਠੀਕ ਆ, ਉਹ ਜਿੱਤੇ ਹੀ ਹੋਏ ਸੀਗੇ। ਜੇ ਆ ਇੱਕਦਮ ਘਟਨਾਵਾਂ ਵਾਪਰ ਕੇ ਸ਼ਿਫਟ ਨਾ ਆਉਂਦੀ ਔਰ ਉਹ ਲੋਕਾਂ ਦੇ ਸੋਚ ਦੇ ਵਿੱਚ ਸ਼ਿਫਟ ਆ ਗਈ ਆ ਔਰ ਉਹ ਹੋਰ ਸਟਰੈਂਥਨ ਹੋਣ ਦੇ ਜਿਹੜੇ ਨਾ ਰਾਹ ਖੁੱਲ੍ਹਦੇ ਜਾਂਦੇ ਦਿਨੋਂ ਦਿਨ। ਇਹ ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੰਡੂ ਸਾਹਿਬ, ਸ਼ੁਕਰੀਆ।